ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਤੁਧ ਆਗੈ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ਗਿਆਨ ਧਿਆਨ ਕਿ ਕਰਮ ਨ ਜਾਣ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਪਲ ਰਾਖੀ ਮੇਰੀ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾਬਿਧ ਤੁਮ ਹਰ ਜਾਨੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰ ਨਾਨਕ ਜਨ ਕੇਰਾ ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਿਨਾਮ ਵਾਹਿਗੁਰੂ ਸਾਹਿਬ ਜੀਓ ਪ੍ਰਭ ਕਾ ਸਿਮਰਹਿ ਸੇ ਪਰ ਉਪਕਾਰੀ ਪ੍ਰਭ ਕਾ ਸਿਮਰਹਿ ਤਿਨ ਸਾਧ ਬਲਿਹਾਰੀ ਪ੍ਰਭ ਕਾ ਸਿਮਰਹਿ ਸੇ ਪਰ ਉਪਕਾਰੀ ਪ੍ਰਭ ਕਾ ਸਿਮਰਹਿ ਤਿਨ ਸਾਧ ਬਲਿਹਾਰੀ ਪ੍ਰਭ ਕਾ ਸਿਮਰਹਿ ਸੇ ਮੁਖ ਸੁਹਾਵੇ ਪ੍ਰਭ ਕਾ ਸਿਮਰਹਿ ਤਿਨ ਸੂਖ ਬਿਹਾਵੈ ਪ੍ਰਭ ਕਾ ਸਿਮਰਹਿ ਤਿਨ ਆਤਮ ਜੀਤਾ ਪ੍ਰਭ ਕਾ ਸਿਮਰਹਿ ਤਿਨ ਨਿਰਮਲ ਰੀਤਾ ਪ੍ਰਭ ਕਾ ਸਿਮਰਹਿ ਤਿਨ ਆਨੰਦ ਕਨੇਰੇ
प्रभ का सिमरहि बसहि हर नेरे। संत कृपा ते अन दिन जाग, नानक सिमरन पूरै भाग। संत कृपा ते अन दिन जाग, नानक सिमरन पूरै भाग। प्रभ का सिमरहि से पर उपकारी। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜੂਰ ਜਹਰਾ ਜਹੂਰ, ਦੀਨਾ ਬੰਧੂ ਭਗਤ ਵਛਲ, ਮੇਰਾਮਤਾਂ ਦਾ ਸਾਗਰ। 10 ਪਾਤਸ਼ਾਹੀਓਂ ਜੀ ਕੇ ਪਾਵਨ ਪਵਿੱਤਰ ਸਵਰੂਪ, ਕਰੁਣਾ ਨਿਧਾਨ ਜਗ ਦਾਤੇ ਭਗਤ ਵਛਲ। ਨਿਹਚਲ ਚੌਰ ਛਤਰ ਤਖਤ ਕੇ ਮਾਲਕ, ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਅੰਮ੍ਰਿਤ ਵੇਲੇ ਦੇ ਦਰਸ਼ਨ ਦਿਦਾਰੇ ਕਰ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਵਡਭਾਗੇ ਹੋ ਜਿਨ੍ਹਾਂ ਨੂੰ ਸਤਿਗੁਰਾਂ ਦੇ ਖੁੱਲੇ ਦਰਸ਼ਨ ਦਿਦਾਰ ਕਰਨੇ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਮਹਾਰਾਜ ਦੇ ਦਰਸ਼ਨ ਦਿਦਾਰ ਕਰਦਿਆਂ ਆਪਾਂ ਆਪਣਿਆਂ ਨੇਤਰਾਂ ਨੂੰ ਸਫਲਿਆਂ ਬਣਾਇਆ ਹੈ। ਮਹਾਰਾਜ ਦੇ ਪਾਵਨ ਪਵਿੱਤਰ ਚਰਨ ਸ਼ਰਨ ਸਾਧ ਸੰਗਤ ਦੀਆਂ ਕੜੀਆਂ ਦਾ ਆਪ ਆਨੰਦ ਮਾਣ ਰਹੇ ਹੋ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ। ਦੇ ਪਾਵਨ ਪਵਿੱਤਰ ਸਿਧਾਂਤ ਦੇ ਸਦਕਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਚਰਨ ਸ਼ਰਨ ਪ੍ਰਾਪਤ ਹੋ ਰਹੀ ਹੈ। ਜਿਸ ਤਰ੍ਹਾਂ ਕਮਲ ਦਾ ਫੁੱਲ ਚੜੇ ਸੂਰਜ ਨੂੰ ਵੇਖ ਵੇਖ ਕੇ ਖਿੜਦਾ ਹੈ ਤੇ ਆਪਣਾ ਮੁੱਖ ਸੂਰਜ ਵੱਲ ਰੱਖਦਾ ਹੈ, ਇਸੇ ਤਰ੍ਹਾਂ ਹੀ ਸਾਧ ਸੰਗਤ ਦੀ ਜਿਹੜੇ ਗੁਰਮੁਖ ਹਨ, ਮਹਾਰਾਜ ਦੇ ਦਰ ਘਰ ਦੇ ਪ੍ਰੇਮੀ ਹੈ, ਬਾਣੀ ਪੜ੍ਹਨ ਪੜ੍ਹਾਉਣ ਵਾਲੇ ਹਨ, ਉਹ ਕਮਲ ਦੇ ਫੁੱਲ ਵਰਗੇ ਹਨ। ਉਹਨਾਂ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਇਹ ਸੱਚੇ ਪਾਤਸ਼ਾਹ ਦੀ ਸੂਰਜ ਹਨ। ਔਰ ਮਹਾਰਾਜ ਦੀਆਂ ਜਿਹੜੀਆਂ ਪਾਵਨ ਪਵਿੱਤਰ ਸ਼ਬਦ ਹਨ, ਸਿੱਖਿਆਵਾਂ ਹਨ, ਇਹ ਗੁਰਮੁਖਾਂ ਰੂਪੀ ਕਮਲ ਵਾਸਤੇ ਇਹ ਕਿਰਨਾਂ ਦਾ ਕੰਮ ਕਰਦੀਆਂ। ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰਾਂ ਮਿਹਰਾਮਤ ਕੀਤੀ ਹੈ ਕਿ ਇਹ ਪਾਵਨ ਪਵਿੱਤਰ ਸੁਖਮਣੀ ਸਾਹਿਬ ਜੀ ਕੀ ਬਾਣੀ ਦੀ ਗਾਥਾ ਮਹਾਰਾਜ ਆਪ ਮਿਹਰਾਮਤ ਕਰਕੇ ਆਪਾਂ ਸਾਰੀਆਂ ਸੰਗਤਾਂ ਨੂੰ ਉਪਦੇਸ਼ ਬਖਸ਼ ਰਹੇ ਹੈ। ਪਿਛਲੇ ਸਮੇਂ ਮਹਾਰਾਜ ਦੀ ਪਾਵਨ ਬਾਣੀ ਦੇ ਪਹਿਲੇ ਸ਼ਲੋਕ ਅੰਦਰ ਪਹਿਲੀ ਅਸ਼ਟਪਦੀ ਦੀਆਂ ਤਕਰੀਬਨ 5 ਪਦੇ ਜਿਹੜੇ ਆ ਉਹ ਸਾਧ ਸੰਗਤ ਜੀ ਸੰਪੂਰਨ ਹੋਏ ਹੈ। ਅੱਜ ਪਹਿਲੀ ਅਸ਼ਟਪਦੀ ਦੇ 6ਵੇਂ ਪਦੇ ਦੀ ਕਥਾ ਪ੍ਰਾਰੰਭ ਹੋ ਰਹੀ ਹੈ।
ਜਿਵੇਂ ਮਹਾਰਾਜ ਜੀ ਇਸ ਪਾਵਨ ਪਵਿੱਤਰ ਬਾਣੀ ਅੰਦਰ ਸਾਨੂੰ ਮਿਹਰਾਮਤ ਕਰਕੇ ਬਖਸ਼ਿਸ਼ਾਂ ਕਰਦੇ ਹੈ, ਆਪਾਂ ਸੁਣੀਏ ਜੀ। ਮਨ ਚਿਤ ਬਿਰਤੀਆਂ ਇਕਾਗਰ ਕਰੋ। ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਹਿਰਦੇ ਵਿੱਚ ਵਸਾਓ, ਰਸਨਾ ਕਰੋ ਜੀ ਪਵਿੱਤਰ ਆਖਣਾ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਪ੍ਰਭ ਕਾ ਸਿਮਰਹਿ ਸੇ ਪਰ ਉਪਕਾਰੀ। ਸੱਚੇ ਪਾਤਸ਼ਾਹ ਜੀ ਸੁਖਮਣੀ ਸਾਹਿਬ ਦੀ ਬਾਣੀ ਔਰ ਪਰਮੇਸ਼ਰ ਦੇ ਜਾਪ, ਪਰਮੇਸ਼ਰ ਨੂੰ ਯਾਦ ਕਰਨ ਵਾਲਿਆਂ ਨੂੰ ਫਲ ਕੀ ਮਿਲਦਾ, ਸਤਿਗੁਰੂ ਇਸ ਬਾਣੀ ਅੰਦਰ ਦੱਸ ਰਹੇ ਹਨ। ਔਰ ਨਾਲ ਨਾਲ ਸਾਧ ਸੰਗਤ ਜੀ ਉਹਨਾਂ ਵਿੱਚ ਗੁਣ ਕਿਹੜੇ ਆਉਂਦੇ ਆ, ਕਿਹੜੇ ਗੁਣ ਭਰ ਜਾਂਦੇ ਹਨ ਨਾਮ ਰਸੀਆਂ ਅੰਦਰ। ਸੁਖਮਣੀ ਸਾਹਿਬ ਦੀ ਬਾਣੀ ਪੜ੍ਹਨ ਵਾਲਿਆਂ ਅੰਦਰ ਕਿਹੜੇ ਕਿਹੜੇ ਗੁਣ ਵਾਸਾ ਰੱਖਦੇ ਆ, ਉਹ ਸਾਰੀ ਮਹਾਰਾਜ ਜੀ ਇਸ ਬਾਣੀ ਅੰਦਰ ਦੀ ਮਹਿਮਾ ਦੱਸਦੇ ਆ। ਗਰੀਬ ਨਵਾਜ ਕਿਰਪਾ ਕਰਦੇ ਆ। ਪ੍ਰਭ ਕਉ ਸਿਮਰਹਿ ਸੇ ਪਰ ਉਪਕਾਰੀ, ਕਿ ਜਿਹੜੇ ਪਰਮੇਸ਼ਰ ਦਾ ਸਿਮਰਨ ਕਰਨ ਵਾਲੇ ਹਨ, ਸੇ ਕਹੀਏ ਉਹ ਗੁਰਮੁਖ ਸਦਾ ਸਾਧ ਸੰਗ ਦੀ ਪਰਉਪਕਾਰੀ ਹੁੰਦੇ ਆ। ਪਰਉਪਕਾਰ ਕਹਿੰਦੇ ਆ ਕਿਸੇ ਤੇ ਸਾਧ ਸੰਗ ਦੀ ਦਇਆ ਕਰਨੀ, ਆਪਦੇ ਆਪ ਨੂੰ ਕਿਸੇ ਦੇ ਕੰਮ ਆਉਣ ਦੇ ਵਾਸਤੇ ਸਦਾ ਤਤਪਰ ਰੱਖਣਾ, ਕਿਸੇ ਦਾ ਭਲਾ ਕਰਨਾ। ਔਰ ਇੱਕ ਤਾਂ ਅਸੀਂ ਸਵਾਰਥ ਵਸ ਹੋ ਕਰਕੇ ਭਲਾ ਕਰਦੇ ਹਾਂ, ਪਰਉਪਕਾਰ ਨਹੀਂ ਕਹਿਲਾਉਂਦਾ। ਪਰਉਪਕਾਰ ਉਹ ਹੁੰਦਾ ਜਿਹੜਾ ਆਪ ਦਾ ਸਾਧ ਸੰਗਤ ਜੀ ਮਨੋਰਥ ਸਵਾਰਥ ਰੱਖ ਕੇ ਕਿਸੇ ਦਾ ਭਲਾ ਨਾ ਕਰੇ। ਤੇ ਭਲਾ ਕਿਵੇਂ ਕਰੇ? ਮਨ ਵਿੱਚ ਕੋਈ ਵੀ ਸਵਾਰਥ ਨਾ ਹੋਵੇ ਵੀ ਮੈਂ ਇਹ ਪ੍ਰਾਣੀ ਦਾ ਆਹ ਕੰਮ ਕਰਾਂਗਾ, ਇਹ ਮੇਰੇ ਇਸ ਕੰਮ ਆਵੇਗਾ। ਅਸੀਂ ਭਲਾ ਕਰਦੇ ਤਾਂ ਹਾਂ, ਚੰਗਾ ਕਰਦੇ ਹਾਂ, ਪਰ ਉਹਦੇ ਬਦਲੇ ਸਾਨੂੰ ਕੁਝ ਆਊਟਪੁੱਟ ਚਾਹੀਦੀ ਹੈ। ਅਸੀਂ ਉਹਦੇ ਬਦਲੇ ਕੁਝ ਨਾ ਕੁਝ ਆਸ ਕਰਦੇ ਹਾਂ ਵੀ ਮੈਂ ਇਹਦਾ ਆਹ ਕੰਮ ਸਵਾਰਿਆ, ਇਹ ਮੇਰਾ ਆਹ ਕੰਮ ਸਵਾਰੇਗਾ। ਜਨ ਸਗਲ ਸਵਾਰਥ ਸੰਗ ਰਮੇ, ਸਾਰੇ ਪ੍ਰਾਣੀ ਸਾਧ ਸੰਗਤ ਦੀ ਸਵਾਰਥ ਵਿੱਚ ਬੱਝੇ ਹੋਏ ਆ। ਪਰ ਜੇ ਕੋਈ ਸਾਧੂ ਬਿਰਤੀ ਵਾਲਾ ਨਾਮ ਰਸੀਆ, ਉਹ ਐਸਾ ਪਰਉਪਕਾਰੀ ਹੁੰਦਾ ਵੀ ਕਿਸੇ ਦਾ ਜਦੇ ਭਲਾ ਕਰਦਾ ਹੈ ਤੇ ਉਹਦੇ ਵਿੱਚ ਕੋਈ ਵੀ ਆਪਦੀ ਮਨੋਰਥ ਸਿੱਧੀ ਨਹੀਂ ਰੱਖਦਾ ਵੀ ਮੇਰਾ ਵੀ ਕੰਮ ਵਿੱਚ ਹੀ ਸੌਰ ਜਾਵੇ। ਉਸ ਤਰ੍ਹਾਂ ਸਾਧ ਸੰਗ ਦੀ ਵਿਦਵਾਨ ਲੋਕਾਂ ਨੇ ਪਰਉਪਕਾਰ ਕਰਨ ਵਾਲੇ, ਭਲਾ ਕਰਨ ਵਾਲੇ ਪੁਰਸ਼ਾਂ ਦੀ ਵੰਡ ਕੀਤੀ ਹੈ। ਕਹਿੰਦੇ ਆ ਕਿ ਜਿਹੜਾ ਆਪਦਾ ਆਪਦੇ ਕਿਸੇ ਕੰਮ ਚੱਲਿਆ, ਆਪਦਾ ਕੋਈ ਉਹਦਾ ਫਾਇਦਾ ਹੁੰਦਾ ਤੇ ਉਹ ਨਾਲ ਦੂਜੇ ਦਾ ਵੀ ਭਲਾ ਕਰ ਦੇਵੇ ਵੀ ਚਲੋ ਮੈਂ ਤਾਂ ਪ੍ਰਮਾਣ ਵਜੋਂ, ਜਿਵੇਂ ਕੋਈ ਕਿਤੇ ਬਾਜ਼ਾਰ ਜਾ ਰਿਹਾ ਤੇ ਇੱਕ ਤੁਰ ਕੇ ਜਾ ਰਿਹਾ, ਇਹਦੇ ਕੋਲ ਕੋਈ ਸਾਧਨ ਹੈ, ਉਹ ਜਾਂਦਾ ਜਾਂਦਾ ਆਖੇ ਵੀ ਚੱਲ ਮੈਂ ਵੀ ਚੱਲਿਆ, ਮੇਰੇ ਨਾਲ ਤੂੰ ਵੀ ਬੈਠਾ ਜਾ, ਮੈਂ ਤਾਂ ਜਾਣਾ ਹੀ ਆ। ਆਪਦੇ ਭਲੇ ਦੇ ਨਾਲ ਨਾਲ ਦੂਜੇ ਦਾ ਭਲਾ ਕਰੇ, ਵੀ ਆਪਦੇ ਕੰਮ ਦੇ ਵਿੱਚ ਹੀ ਦੂਜੇ ਦਾ ਕੰਮ ਸਵਾਰ ਦੇਵੇ। ਇਹਨੂੰ ਸਾਧ ਸੰਗੀ ਮੱਧਮ ਪਰਉਪਕਾਰੀ ਆਖਦੇ ਆ। ਇਹ ਮੱਧਮ ਹੈ। ਇੱਕ ਸਾਧ ਸੰਗਤੀ ਹੁੰਦੇ ਆ, ਜੇ ਉਹਨਾਂ ਦਾ ਆਪ ਦਾ ਭਲਾ ਹੁੰਦਾ, ਆਪ ਦਾ ਭਲਾ ਕਰ ਲੈਂਦੇ ਆ
ਤੇ ਨਾਲ ਦੂਜੇ ਦਾ ਵੀ ਕਰ ਦਿੰਦੇ, ਇਹ ਮੱਧਮ ਹਨ। ਇੱਕ ਹੁੰਦੇ ਆ ਆਪ ਦਾ ਸਾਧ ਸੰਗੀ ਭਲਾ ਛੱਡ ਕੇ ਦੂਜੇ ਦਾ ਭਲਾ ਕਰਦੇ ਆ। ਵੀ ਜੇ ਆਪ ਦਾ ਭਲਾ ਹੁੰਦਾ ਕਹਿਣਾ ਨਹੀਂ ਚਲੋ ਮੇਰਾ ਸਰਦਾ ਹੈ, ਇਹ ਚੀਜ਼ ਵਸਤੂ ਦੀ ਤੈਨੂੰ ਜ਼ਿਆਦਾ ਲੋੜ ਹੈ, ਤੇਰੇ ਘਰ ਜ਼ਿਆਦਾ ਗਰੀਬੀ, ਤੇਰੇ ਬੱਚੇ ਭੁੱਖੇ ਹੈ, ਤੂੰ ਲੈ ਜਾ। ਇਹਨੂੰ ਸਾਧ ਸੰਗਤ ਜੀ ਉੱਤਮ ਆਖਦੇ ਹੈ। ਫਿਰ ਇੱਕ ਸਾਧ ਸੰਗਤ ਜੀ ਹੁੰਦੇ ਹੈ ਆਪ ਦਾ ਨੁਕਸਾਨ ਕਰਾ ਕੇ ਦੂਜੇ ਦਾ ਭਲਾ ਕਰਦੇ ਹੈ। ਆਪਣਾ ਨੁਕਸਾਨ ਹੋ ਜਾਵੇ ਤੇ ਕਹਿੰਦੇ ਚਲੋ ਕੋਈ ਨਾ, ਮੇਰਾ ਜੇ ਕੁਝ ਵਿਗੜਿਆ ਚਲੋ ਕਿਸੇ ਦਾ ਸੌਰਿਆ। ਜਾਂ ਭਲਾ ਕਰਨ ਦੀ ਇੰਨੀ ਤੀਬਰ ਇੱਛਾ ਹੁੰਦੀ ਹੈ ਵੀ ਆਪ ਦਾ ਨੁਕਸਾਨ ਕਰਾ ਕੇ ਦੂਜੇ ਦਾ ਭਲਾ ਕਰਦੇ ਹਨ। ਉਹ ਸਾਧ ਸੰਗਤ ਦੀ ਉੱਤਮ ਤੋਂ ਉੱਤਮ ਕਹਾਉਂਦੇ ਹੈ, ਸ਼੍ਰੇਸ਼ਠ ਤੋਂ ਸ਼੍ਰੇਸ਼ਠ ਕਹਾਉਂਦੇ ਹੈ। ਤੇ ਚੌਥਾ ਹੈ ਸਾਧ ਸੰਗਤ ਜੀਓ ਆਪ ਦਾ ਭਲਾ ਕਰਨ ਵਾਸਤੇ, ਫਾਇਦਾ ਕਰਨ ਵਾਸਤੇ ਦੂਜੇ ਦਾ ਨੁਕਸਾਨ ਕਰਦਾ। ਵੀ ਜੇ ਇਹਦਾ ਕੰਮ ਸੌਰਦਾ ਹੈ ਤੇ ਦੂਜੇ ਦਾ ਕੰਮ ਵਿਗੜ ਜਾਵੇ ਕੋਈ ਪਰਵਾਹ ਨਹੀਂ, ਮੇਰਾ ਤਾਂ ਬਣਿਆ। ਆਪਦੇ ਫਾਇਦੇ ਵਾਸਤੇ, ਲਾਭ ਵਾਸਤੇ ਦੂਜੇ ਦਾ ਨੁਕਸਾਨ ਕਰਨ ਵਾਲੇ ਨੂੰ ਨੀਚ ਆਖਦੇ ਹੈ। ਤੇ ਇੱਕ ਹੁੰਦੇ ਹੈ ਆਪ ਦਾ ਨਹੀਂ ਵੀ ਭਲਾ ਹੋ ਰਿਹਾ ਤਾਂ ਵੀ ਦੂਜੇ ਦਾ ਨੁਕਸਾਨ ਕਰਦੇ ਆ। ਇੱਕ ਤਾਂ ਹੁੰਦਾ ਨਾ ਵੀ ਆਪ ਦਾ ਭਲਾ ਕਰਨ ਪਿੱਛੇ ਦੂਜੇ ਦਾ ਨੁਕਸਾਨ ਕੀਤਾ ਹੈ, ਹੁੰਦੇ ਉਹ ਵੀ ਨੀਚ ਹੈ। ਪਰ ਇੱਕ ਇਹਦੋਂ ਵੀ ਗਿਰੇ ਹੋਏ, ਗਰਕੇ ਹੋਏ ਹੁੰਦੇ ਆ। ਉਹ ਹੁੰਦੇ ਆ ਆਪ ਦਾ ਭਲਾ ਹੈ ਹੀ ਨਹੀਂ, ਪਰ ਮਨ ਵਿੱਚ ਇਹ ਸਾੜਾ ਹੁੰਦਾ ਵੀ ਮੈਂ ਇਹਦਾ ਫਾਇਦਾ ਨਹੀਂ ਹੋਣ ਦੇਣਾ, ਇਹਦਾ ਮੈਂ ਭਲਾ ਨਹੀਂ ਹੋਣ ਦੇਣਾ। ਬਿਨਾਂ ਹੀ ਆਪਦੇ ਭਲੇ ਤੋਂ, ਆਪਦੇ ਫਾਇਦੇ ਤੋਂ, ਸਵਾਰਥ ਤੋਂ ਜਾਣ ਬੁੱਝ ਕੇ ਦੂਜੇ ਦਾ ਨੁਕਸਾਨ ਕਰਦੇ ਹੈ। ਜਾਣ ਤਾਂ ਤੇਰਾ ਫਾਇਦਾ ਹੈ, ਫਿਰ ਤਾਂ ਤੂੰ ਨੁਕਸਾਨ ਕਰ ਦੂਜੇ ਦਾ, ਤੇਰਾ ਕੋਈ ਲਾਭ ਨਹੀਂ ਉਹਦੇ ਵਿੱਚ, ਪਰ ਫਿਰ ਜਾਣ ਬੁੱਝ ਕੇ ਦੂਜੇ ਦਾ ਨੁਕਸਾਨ ਕਰਦੇ ਆ। ਕੋਲੋਂ ਮਾਇਆ ਖਰਚ ਕੇ ਦੂਜੇ ਨੂੰ ਦੁੱਖ ਦਿੰਦੇ ਆ। ਇਹ ਸਾਧ ਸੰਗੀ ਆਦਮ ਆਦਮ ਵੱਜਦੇ ਆ, ਨੀਚ ਤੋਂ ਨੀਚ ਬਿਰਤੀ ਦੇ ਲੋਕ। 4 ਪ੍ਰਕਾਰ ਦੀ ਵੰਡ ਵਿਦਵਾਨਾਂ ਕੀਤੀ ਹੈ। ਪਰ ਜਿਹੜੇ ਸਾਧ ਸੰਗੀ ਬਾਣੀ ਦੇ ਰਸੀਏ ਹਨ, ਨਾਮ ਰਸੀਏ ਹੈ, ਉਹ ਪਰਉਪਕਾਰੀ ਹਨ, ਪਰਾਏ ਦਾ ਭਲਾ ਕਰਨ ਵਾਲੇ ਹੈ। ਪਰ ਪਰਾਏ ਦਾ ਭਲਾ ਕਿੰਨਾ ਕੁ ਕਰਦੇ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਸਮੇਂ ਸਾਧ ਸੰਗਤ ਜੀ ਮਹਾਰਾਜ ਜਦੋਂ ਅੰਮ੍ਰਿਤਸਰ ਸਾਹਿਬ ਵਾਸਾ ਰੱਖਦੇ ਸਨ, ਜਿੱਥੇ ਹੁਣ ਮੰਜੀ ਸਾਹਿਬ ਦਾ ਪਾਵਨ ਪਵਿੱਤਰ ਗੁਰੂ ਘਰ ਅਸਥਾਨ ਹੈ, ਇੱਥੇ ਰੋਜ਼ ਦੀਵਾਨ ਸਜਿਆ ਕਰਦਾ। ਸੰਗਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਦੂਰੋਂ ਦੂਰੋਂ ਚੱਲ ਚੱਲ ਕੇ ਆਉਂਦੀਆਂ। ਭਾਈ ਰਾਏ ਸੱਤਾ ਜੀ, ਰਾਏ ਬਲਵੰਡ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਕੀਰਤਨ ਕਰਦੇ ਸਨ। ਇਹ ਡੂਮ ਸੀ, ਦੋਵੇਂ ਭਰਾ ਸਨ। ਇਹਨਾਂ ਕੀਰਤਨ ਕਰਨਾ, ਆਵਾਜ਼ ਇਹਨਾਂ ਦੀ ਬਹੁਤ ਮਿੱਠੀ ਸੀ, ਕੀਰਤਨ ਬਹੁਤ ਸੁੰਦਰ ਕਰਿਆ ਕਰਨ। ਔਰ ਸਮਾਂ ਪੈ ਕਰਕੇ ਕਹਿੰਦੇ ਰਾਏ ਸੱਤਾ ਜੀ ਦੀ ਪੁੱਤਰੀ ਵਿਆਹੁਣ ਯੋਗ ਸੀ, ਇਹਦਾ ਵਿਆਹ ਰੱਖਿਆ ਹੋਇਆ ਰਾਏ ਸੱਤਾ ਦੀ ਪੁੱਤਰੀ ਦਾ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰ ਕਰ ਕੀਰਤਨ ਤਾਂ ਕਰਦੇ ਆ। ਇਹਨਾਂ ਦੋਵਾਂ ਭਰਾਵਾਂ ਸਲਾਹ ਬਣਾਈ ਵੀ ਆਪਾਂ ਮਹਾਰਾਜ ਨੂੰ ਆਖੀਏ ਵੀ ਸਾਨੂੰ ਇੱਕ ਦਿਨ ਦੀ ਭੇਟ ਆ ਸਾਰੀ ਚੁੱਕ ਲੈਣ ਦਿਓ, ਵੀ ਜਿੰਨੀ ਭੇਟਾ ਪੂਜਾ ਦੀ ਮਾਇਆ ਆਉਂਦੀ, ਸੰਗਤਾਂ ਭੇਟਾ ਕਰਦੀਆਂ, ਉਹ ਸਾਰੀ ਸਾਨੂੰ ਚੁਕਵਾ ਦਿਓ, ਅਸੀਂ ਪੁੱਤਰੀ ਦਾ ਵਿਆਹ ਕਰਨਾ। ਸਲਾਹ ਬਣਾ ਕਰਕੇ ਦੋਵੇਂ ਭਰਾ ਤੇ ਮਹਾਰਾਜ ਪਾਸ ਆਏ। ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਕਹਿੰਦੇ ਆ ਕਿ ਸੱਚੇ ਪਾਤਸ਼ਾਹ ਜੀ, ਅਸੀਂ ਆਪਣੀ ਧੀ ਦਾ ਵਿਆਹ ਰੱਖਿਆ ਤੇ ਸਾਨੂੰ ਮਾਇਆ ਦੀ ਲੋੜ ਹੈ, ਤੇ ਅਸੀਂ ਦਰ ਘਰ ਵਿੱਚ ਕੀਰਤਨ ਕਰਦੇ ਹਾਂ, ਇੱਕ ਦਿਨ ਦੀ ਮਾਇਆ ਸਾਨੂੰ ਸਾਰੀ ਲੈ ਲੈਣ ਦਿਓ।
ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਭਾਈ ਰਾਏ ਸੱਤਾ ਜੀ, ਰਾਏ ਬਲਵੰਡ ਜੀ, ਸੌਦੇਬਾਜ਼ੀ ਦੀ ਕੀ ਲੋੜ ਹੈ? ਤੁਹਾਡੀ ਪੁੱਤਰੀ ਤੇ ਸਾਡੀ ਪੁੱਤਰੀ ਵਿੱਚ ਕੋਈ ਫਰਕ ਹੈ ਭਲਾ? ਅਸੀਂ ਆਪੇ ਹੀ ਤੁਹਾਡੀ ਧੀ ਦਾ ਵਿਆਹ ਕਰਾਂਗੇ। ਉਹ ਗੱਲ ਇਹ ਸੀ ਵੀ ਮਨ ਵਿੱਚ ਲਾਲਚ ਵਧਿਆ ਹੋਇਆ ਸੀ ਤੇ ਹੰਕਾਰ ਵੀ ਨਾਲ ਸੀ ਵੀ ਸਾਡੀ ਆਵਾਜ਼ ਬੜੀ ਮਿੱਠੀ ਹੈ ਤੇ ਸੰਗਤ ਸਾਨੂੰ ਸੁਣਨ ਵਾਸਤੇ ਆਉਂਦੀ ਹੈ, ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਨਹੀਂ। ਕਹਿੰਦੇ ਨਹੀਂ ਮਹਾਰਾਜ, ਸਾਨੂੰ ਇੱਕ ਦਿਨ ਦੀ ਮਾਇਆ ਚਾਹੀਦੀ ਹੈ। ਮਹਾਰਾਜ ਫਿਰ ਕਹਿੰਦੇ ਆ, ਕੋਈ ਨਾ ਸੱਤਾ ਜੀ, ਤੁਹਾਡੀ ਪੁੱਤਰੀ ਸਾਡੀ ਪੁੱਤਰੀ ਵਿੱਚ ਕੋਈ ਫਰਕ ਹੈ? ਅਸੀਂ ਆਪੇ ਤੁਹਾਡੀ ਧੀ ਦਾ ਵਿਆਹ ਕਰਾਂਗੇ, ਸਾਨੂੰ ਫਿਕਰ ਹੈ। ਕਰੇ ਗਏ, ਪਰ ਦੂਜੇ ਦਿਨ ਫਿਰ ਕਹਿਣ ਲੱਗੇ, ਨਹੀਂ ਮਹਾਰਾਜ, ਅਸੀਂ ਤਾਂ ਇੱਕ ਦਿਨ ਦੀ ਮਾਇਆ ਲੈਣੀ ਹੈ। ਗੁਰੂ ਮਹਾਰਾਜ ਦੇ ਬਚਨ ਤੇ ਭਰੋਸਾ ਨਾ ਕੀਤਾ। ਸੱਚੇ ਪਾਤਸ਼ਾਹ ਜੀ ਕਹਿੰਦੇ, ਜਿਵੇਂ ਤੁਹਾਡੀ ਮਰਜ਼ੀ ਹੈ, ਕੱਲ੍ਹ ਨੂੰ ਆ ਜਿਓ। ਜਿੰਨੀ ਕਾਰ ਪੇਟਾ ਹੋਏਗੀ ਸੰਗਤਾਂ ਲੈ ਕੇ ਆਉਣਗੀਆਂ, ਸਾਰੀ ਲੈ ਲਿਆ ਜੇ। ਹੁਣ ਪਰਮੇਸ਼ਰ ਸਾਧ ਸੰਗਤ ਜੀ, ਸਤਿਗੁਰੂ ਨੂੰ ਹੰਕਾਰ ਚੰਗਾ ਨਹੀਂ ਲੱਗਦਾ। ਜੇ ਸਿੱਖ ਦੇ ਮਨ ਵਿੱਚ ਹੰਕਾਰ ਹੀ ਰਹਿ ਜਾਵੇ ਪੂਰੇ ਗੁਰੂ ਦੇ ਹੁੰਦਿਆਂ ਹੋਇਆਂ, ਇਹ ਸ਼ੋਭਾ ਨਹੀਂ। ਸੱਚੇ ਪਾਤਸ਼ਾਹ ਦੀਆਂ ਕਲਾ ਹੀ ਐਸੀ ਵਰਤਾਈ। ਅਗਲੇ ਦਿਨ ਸੱਤਾ ਬਲਵੰਡਾ ਜੀ ਬਹਿ ਕੇ ਕੀਰਤਨ ਕਰਨ ਵਾਸਤੇ ਸੰਗਤ ਬੜੀ ਥੋੜ੍ਹੀ ਆਈ। ਜਿਹੜੀ ਆਈ ਉਹਨਾਂ ਜੋ ਕਿਸੇ ਨੇ ਮੱਥਾ ਨਾ ਟੇਕਿਆ। ਮਾਇਆ ਤੋਂ ਬਿਨਾਂ ਹੀ ਮੱਥਾ ਟੇਕੀ ਜਾਂਦੇ ਆ। ਜਦੋਂ ਮਾਇਆ ਚੁੱਕੀ ਤੇ ਮਾਇਆ ਬੜੀ ਥੋੜ੍ਹੀ, ਉਹਦੇ ਨਾਲ ਪੁੱਤਰੀ ਦਾ ਵਿਆਹ ਕੀ ਹੋਣਾ ਸੀ। ਤੇ ਜਾਂਦੀ ਵਾਰੀ ਮਹਾਰਾਜ ਨਾਲ ਗੁੱਸੇ ਹੋਏ, ਕਹਿੰਦੇ ਮਹਾਰਾਜ ਚੰਗਾ ਨਹੀਂ ਕੀਤਾ ਤੁਸੀਂ। ਮਹਾਰਾਜ ਕਹਿੰਦੇ, ਸੱਤਾ ਜੀ ਅਜੇ ਵੀ ਕੀ ਹੋਇਆ, ਅਸੀਂ ਹੁਣ ਵੀ ਕਹਿੰਦੇ ਹਾਂ ਵੀ ਤੁਹਾਡੀ ਪੁੱਤਰੀ ਦਾ ਵਿਆਹ ਅਸੀਂ ਖੁਦ ਕਰਾਂਗੇ। ਘਰੇ ਚਲੇ ਗਏ। ਅਗਲਾ ਦਿਨ ਹੋਇਆ, ਸੰਗਤਾਂ ਆ ਗਈਆਂ, ਮਹਾਰਾਜ ਵੀ ਸਿੰਘਾਸਣ ਤੇ ਸੱਜ ਗਏ, ਪਰ ਅੱਜ ਕੀਰਤਨੀਏ ਨਹੀਂ ਆਏ, ਕੀਰਤਨ ਕਰਨ ਵਾਲੇ ਨਾ ਆਏ। ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਭਾਈ ਗੁਰਦਾਸ ਜੀ ਨੂੰ ਭੇਜਿਆ 5 ਸਿੱਖ ਦੇ ਕੇ, ਜਾਓ ਰਾਏ ਸੱਤਾ ਜੀ, ਰਾਏ ਬਲਵੰਡ ਜੀ ਨੂੰ ਸੱਦ ਕੇ ਲਿਆਓ। ਭਾਈ ਗੁਰਦਾਸ ਜੀ ਗਏ। ਸ਼ਹਿਰ ਵਿੱਚ ਹੀ ਰਹਿੰਦੇ ਸਨ ਇਹ ਦੋਵੇਂ ਕੀਰਤਨੀਏ, ਅੰਮ੍ਰਿਤਸਰ ਸਾਹਿਬ। ਭਾਈ ਗੁਰਦਾਸ ਜੀ ਦੇ ਆਖੇ ਲੱਗ ਬੋਲੇ ਨਹੀਂ, ਆਏ ਨਾ। ਕਹਿੰਦੇ ਅਸੀਂ ਨਹੀਂ ਆਉਣਾ, ਗੁਰੂ ਨੇ ਸਾਡੇ ਨਾਲ ਠੱਗੀ ਮਾਰੀ ਹੈ। ਇਹਨਾਂ ਸੰਗਤਾਂ ਨੂੰ ਆਖਿਆ ਵੀ ਮੱਥਾ ਨਾ ਟੇਕਿਆ ਜੇ। ਸਾਨੂੰ ਮੱਥਾ ਨਹੀਂ ਟੇਕਿਆ ਕਿਸੇ ਨੇ, ਮਾਇਆ ਨਹੀਂ ਦਿੱਤੀ। ਫਿਰ ਮਹਾਰਾਜ ਨੂੰ ਦੱਸਿਆ ਭਾਈ ਗੁਰਦਾਸ ਜੀਆਂ ਮਹਾਰਾਜ ਉਹ ਤਾਂ ਆਹ ਟੱਪਾ ਸੁਣਾਉਂਦੇ ਆ। ਸਤਿਗੁਰਾਂ ਬਾਬਾ ਬੁੱਢਾ ਸਾਹਿਬ ਜੀ ਨੂੰ ਫਿਰ ਭੇਜਿਆ 5 ਸਿੱਖ ਦੇ ਕੇ, ਫਿਰ ਵੀ ਨਾ ਆਏ। ਸੰਗਤਾਂ ਵੀ ਬੜੀ ਵਾਰੀ ਗਏ ਸਿੱਖ, ਜਦੋਂ ਨਾ ਆਏ ਮਹਾਰਾਜ ਕਹਿੰਦੇ ਚਲੋ ਕੋਈ ਨਾ, ਵੀ ਫਿਰ ਵੀ ਗੁਰੂ ਘਰ ਦੇ ਕੀਰਤਨੀ ਹੈ, ਸਤਿਕਾਰ ਕਰਦੇ ਮਹਾਰਾਜ ਇਹਨਾਂ ਦਾ। ਸਤਿਗੁਰੂ ਜੀ ਇਹਨਾਂ ਨੂੰ ਆਪ ਲੈਣ ਗਏ ਇਹਨਾਂ ਦੇ ਘਰੇ। ਮਹਾਰਾਜ ਦਰਵਾਜ਼ਾ ਅੰਦਰ ਲੰਘੇ ਜਦੋਂ ਡਿਉੜੀ ਵਿੱਚੋਂ, ਇਹ ਮੰਜੇ ਤੇ ਬੈਠੇ ਤੇ ਮਹਾਰਾਜ ਨੂੰ ਵੇਖ ਕੇ ਖੜੇ ਹੀ ਨਾ ਹੋਏ, ਹੰਕਾਰੀ ਸਨ। ਸਤਿਗੁਰਾਂ ਦਾ ਇਹਨਾਂ ਸਤਿਕਾਰ ਨਾ ਕੀਤਾ। ਮਹਾਰਾਜ ਨੂੰ ਸਾਧ ਸੰਗਤ ਜੀ ਕੀ ਇੱਛਾ ਸਤਿਕਾਰ ਦੀ, ਮਹਾਰਾਜ ਉਦਾਂ ਹੀ ਕੋਲ ਹੀ ਖੜੇ ਰਹੇ ਨਾ, ਮੰਜਾ ਵੀ ਨਾ ਛੱਡਿਆ ਮਹਾਰਾਜ ਦੇ ਬਹਿਣ ਵਾਸਤੇ। ਮਹਾਰਾਜ ਕਹਿੰਦੇ ਰਾਏ ਸੱਤਾ ਜੀ, ਰਾਏ ਬਲਵੰਡ ਜੀ ਉੱਠੋ, ਸੰਗਤਾਂ ਆ ਗਈਆਂ, ਕੀਰਤਨ ਕਰੋ। ਅੱਜ ਆਏ ਨਹੀਂ, ਬੋਲੇ ਹੀ ਨਾ। ਮਹਾਰਾਜ ਫਿਰ ਬੋਲੇ, ਰਾਏ ਜੀ, ਸੱਤਾ ਜੀ ਕੀ ਗੱਲ ਹੈ, ਆਏ ਕਿਉਂ ਨਹੀਂ? ਕਹਿੰਦੇ ਮਹਾਰਾਜ ਤੁਸਾਂ ਸਾਡੇ ਨਾਲ ਠੱਗੀ ਕੀਤੀ ਹੈ। ਮਹਾਰਾਜ ਹੱਸ ਕੇ ਕਹਿੰਦੇ, ਰਾਏ ਸੱਤਾ ਜੀ, ਬਲਵੰਡ ਜੀ, ਪੁੱਤਰੀ ਦੇ ਵਿਆਹ ਦੀ ਚਿੰਤਾ ਹਜੇ ਵੀ ਨਾ ਕਰੋ। ਇਹ ਗੁਰੂ ਨਾਨਕ ਪਾਤਸ਼ਾਹ ਦਾ ਘਰ ਹੈ। ਤੁਹਾਡੀ ਧੀ ਵਿੱਚ ਸਾਡੀ ਧੀ ਵਿੱਚ ਕੋਈ ਫਰਕ ਨਹੀਂ। ਅਸੀਂ ਕਰਾਂਗੇ ਨਾ ਵਿਆਹ, ਤੁਹਾਨੂੰ ਆਖਿਆ। ਉਸ ਗੱਲ ਤੇ ਤਾਂ ਆਉਣ ਨਾ ਤੇ ਆਖਣ ਮਹਾਰਾਜ ਤੁਸੀਂ ਠੱਗੀ ਕੀਤੀ ਹੈ। ਸਿੱਖਾਂ ਨੂੰ ਤੁਸੀਂ ਆਖਿਆ ਵੀ ਮੱਥਾ ਨਾ ਟੇਕੋ। ਸੰਗਤਾਂ ਆਈਆਂ ਨਹੀਂ, ਜਿਹੜੀਆਂ ਆਈਆਂ ਉਹਨਾਂ ਮਾਇਆ ਨਹੀਂ ਦਿੱਤੀ, ਤੁਸੀਂ ਸਾਡੇ ਨਾਲ ਚਲਾਕੀ ਵਰਤੀ ਹੈ। ਮਹਾਰਾਜ ਨੇ ਕੋਈ ਇਹਨਾਂ ਦੀ ਗੱਲ ਦਾ ਗੁੱਸਾ ਨਾ ਕੀਤਾ। ਮਹਾਰਾਜ ਕਹਿੰਦੇ ਚਲੋ ਏਦਾਂ ਹੀ ਜਾਣ ਲਓ, ਹੁਣ ਆ ਜਾਓ, ਕੀਰਤਨ ਤਾਂ ਕਰੋ, ਸੰਗਤਾਂ ਬੈਠੀਆਂ ਹੋਈਆਂ।
ਤੇ ਇਹ ਹੰਕਾਰੀ ਸਾਧ ਸੰਗ ਜੀ, ਹੰਕਾਰੀ ਬੋਲਣ ਲੱਗਿਆ, ਨਹੀਂ ਵੇਂਦਾ ਵੀ ਅੱਗੇ ਕੌਣ ਖੜਾ ਹੈ। ਇਹ ਰਾਏ ਸੱਤਾ ਜੀ ਕਹਿੰਦੇ ਸਾਡੇ ਪੁਰਖੇ ਮਰਦਾਨਾ ਜੀ ਉਹ ਵੀ ਡੋਮ ਸਨ। ਮਰਦਾਨਾ ਜੀਆਂ ਨੇ ਗੁਰੂ ਨਾਨਕ ਪਾਤਸ਼ਾਹ ਦੇ ਅੱਗੇ ਕੀਰਤਨ ਕੀਤਾ। ਮਰਦਾਨਾ ਜੀ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਗੁਰੂ ਬਣਾਇਆ। ਗੁਰੂ ਨਾਨਕ ਮਹਾਰਾਜ ਨੂੰ ਕੌਣ ਜਾਣਦਾ ਸੀ ਜੇ ਮਰਦਾਨਾ ਕੀਰਤਨ ਨਾ ਕਰਦਾ। ਫਿਰ ਕਹਿੰਦੇ ਕਿ ਮਹਾਰਾਜ ਅਸੀਂ ਤੁਹਾਡੇ ਅੱਗੇ ਕੀਰਤਨ ਕਰਦੇ ਹਾਂ, ਸੰਗਤਾਂ ਸਾਨੂੰ ਸਾਡਾ ਕੀਰਤਨ ਸੁਣਨ ਵਾਸਤੇ ਆਉਂਦੀਆਂ, ਤੁਹਾਨੂੰ ਮੱਥਾ ਟੇਕਣ ਵਾਸਤੇ ਕੋਈ ਨਹੀਂ ਆਉਂਦਾ। ਔਰ ਅਸੀਂ ਤੁਹਾਨੂੰ ਗੁਰੂ ਅਸੀਂ ਬਣਾਇਆ। ਜੇ ਅਸੀਂ ਹੋਰ ਕਿਸੇ ਅੱਗੇ ਕੀਰਤਨ ਕਰ ਦਈਏ ਨਾ ਤੇ ਉਹਨੂੰ ਵੀ ਅਸੀਂ ਗੁਰੂ ਬਣਾ ਸਕਦੇ ਹਾਂ। ਆਹ ਬਚਨ ਇਹ ਰਾਏ ਸੱਤਾ ਤੇ ਰਾਏ ਬਲਵੰਡ ਜੀ ਨੇ ਮਹਾਰਾਜ ਨੂੰ ਆਖੇ। ਜਦੋਂ ਗੁਰੂ ਨਾਨਕ ਪਾਤਸ਼ਾਹ ਬਾਬਤ ਆਖਿਆ ਵੀ ਗੁਰੂ ਨਾਨਕ ਮਹਾਰਾਜ ਨੂੰ ਕੌਣ ਜਾਣਦਾ ਹੈ, ਮਰਦਾਨੇ ਕੀਰਤਨ ਕਰਕੇ ਮਹਾਰਾਜ ਨੂੰ ਗੁਰੂ ਬਣਾਇਆ ਹੈ। ਮਹਾਰਾਜ ਜੀ ਉੱਥੋਂ ਪਿੱਛੇ ਮੁੜ ਪਏ। ਮਹਾਰਾਜ ਨੇ ਸਿੱਖਾਂ ਨੂੰ ਆਖਿਆ ਇਹਨਾਂ ਦੇ ਮੱਥੇ ਨਹੀਂ ਲੱਗਣਾ ਅੱਜ ਤੋਂ ਬਾਅਦ ਕਿਸੇ ਨੇ ਵੀ, ਜਿਹੜਾ ਸਾਡਾ ਸਿੱਖ ਹੈ। ਔਰ ਨਾਲੇ ਵੀ ਇਹ ਫਿੱਟ ਗਏ। ਮਹਾਰਾਜ ਨੇ ਆਖਿਆ ਤੁਹਾਨੂੰ ਫੇਟਾ ਹੋ ਗਿਆ, ਉਹ ਪਛਤਾਓਗੇ, ਔਖੇ ਹੋਵੋਗੇ। ਗੁਰੂ ਨਾਨਕ ਪਾਤਸ਼ਾਹ ਨੂੰ ਜਿਹੜੀ ਰਸਨਾ ਨਾਲ ਸਿਫਤ ਗਾਉਣੀ ਆ ਗੁਰੂ ਘਰ ਦਾ ਖਾ ਕੇ, ਤੇ ਉਸੇ ਜ਼ਬਾਨ ਨਾਲ ਗੁਰੂ ਨਾਨਕ ਮਹਾਰਾਜ ਦੀ ਨਿੰਦਾ ਕਰਦੇ ਜੇ। ਮਹਾਰਾਜ ਤਾਂ ਆ ਗਏ ਖਾਲਸਾ ਜੀ। ਮਹਾਰਾਜ ਨੇ ਇਹ ਹੁਕਮ ਆਦੇਸ਼ ਕਰ ਦਿੱਤਾ ਵੀ ਇਹ ਔਖੇ ਤਾਂ ਹੋਣਗੇ ਪਰ ਇਹਨਾਂ ਦਾ ਵਿਚੋਲਾ ਬਣ ਕੇ ਨਾ ਹੁਣ ਕੋਈ ਆਵੇ, ਇਹਨਾਂ ਦੀ ਸੁਲ੍ਹਾ ਕਰਾਉਣ ਸਾਡੇ ਪਾਸ ਨਾ ਆਵੇ। ਤੇ ਇਧਰ ਮਹਾਰਾਜ ਦੇ ਬਚਨ ਫੁਰੇ। ਕੁਝ ਸਮੇਂ ਬਾਅਦ ਸਾਧ ਸੰਗਤਾਂ ਨੂੰ ਕੋੜ ਹੋਣ ਲੱਗਿਆ। ਜਿਹੜੀ ਜੀਭ ਨਾਲ ਮਹਾਰਾਜ ਦੇ ਦਰ ਕਰਦੀ ਨਿੰਦਾ ਕਰਦੇ ਸੀ ਉਹਦੇ 'ਚ ਕੀੜੇ ਪੈਣੇ ਸ਼ੁਰੂ ਹੋ ਗਏ। ਸਾਰੇ ਸਰੀਰ ਵਿੱਚ ਜਦੋਂ ਰੇਸ਼ਾ ਵਹਿਣ ਲੱਗਿਆ। ਜਿੱਧਰ ਵੀ ਜਾਣ ਸਿੱਖ ਦਰਵਾਜ਼ੇ ਬੰਦ ਕਰ ਲੈਣ, ਇਹਨਾਂ ਦੇ ਮੱਥੇ ਕੋਈ ਲੱਗੇ ਨਾ, ਆਪਦੇ ਘਰ ਵਿੱਚ ਹੀ ਬੈਠੇ ਰਹਿਣ। ਛੱਤ ਤੇ ਚੜ੍ਹ ਕੇ ਤੇ ਹਾਏ ਹਾਏ ਦੇ ਰੌਲਾ ਪਾਉਂਦੇ ਆ। ਕਿਸੇ ਨੇ ਸਾਧ ਸੰਗਤ ਜੀ ਗੁਰੂ ਦੇ ਨਾਲ ਮੇਲ ਨਹੀਂ ਕਰਾਇਆ, ਕਿਉਂਕਿ ਮਹਾਰਾਜ ਨੇ ਆਖਿਆ ਸੀ ਵੀ ਜਿਹੜਾ ਇਹਨਾਂ ਦੀ ਵਿਚੋਲਗੀ ਕਰਨ ਆਵੇਗਾ ਉਹਨੂੰ ਗਧੇ ਤੇ ਪਾ ਕੇ ਉਹਦਾ ਮੂੰਹ ਕਾਲਾ ਕਰਾਂਗੇ ਅਸੀਂ, ਵੀ ਕੋਈ ਸਿੱਖ ਨਾ ਆਵੇ, ਕੋਈ ਲਾਗੇ ਨਾ ਲੱਗੇ। ਫਿਰ ਜਦੋਂ ਕਿਸੇ ਨੇ ਦੱਸਿਆ ਹੋਣਾ ਵੀ ਜਾਂ ਇਹਨਾਂ ਨੂੰ ਯਾਦ ਆਇਆ ਵੀ ਇੱਕ ਭਾਈ ਲੱਧਾ ਜੀ ਰਹਿੰਦੇ ਲਾਹੌਰ, ਸਾਡਾ ਕੰਮ ਉਹ ਕਰ ਸਕਦੇ, ਗੁਰੂ ਜੀ ਦੇ ਨਾਲ ਮੇਲ ਮਿਲਾਪ ਉਹ ਕਰਵਾ ਸਕਦੇ ਆ। ਭਾਈ ਲੱਧਾ ਜੀ ਦੇ ਪਾਸ ਸਾਧ ਸੰਗਤ ਜੀ ਲਾਹੌਰ ਗਏ। ਭਾਈ ਸੱਤਾ ਜੀ, ਭਾਈ ਬਲਵੰਡ ਜੀ। ਦਰਵਾਜ਼ਾ ਖੜਕਾਇਆ। ਭਾਈ ਲੱਧਾ ਜੀ ਜਾਣ ਗਏ ਵੀ ਦੋਵੇਂ ਆਏ। ਉਹਨਾਂ ਬੂਹਾ ਨਾ ਖੋਲਿਆ। ਫਿਰ ਇਹਨਾਂ ਨੂੰ ਵਾਸਤਾ ਪਾਇਆ ਭਾਈ ਲੱਧਾ ਜੀ ਨੂੰ ਵੀ ਤੁਹਾਨੂੰ ਤੁਹਾਡੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵਾਸਤਾ, ਇੱਕ ਵਾਰੀ ਬੂਹਾ ਤਾਂ ਖੋਲੋ। ਭਾਈ ਲੱਧਾ ਜੀਆਂ ਦਰਵਾਜ਼ਾ ਖੋਲਿਆ। ਔਰ ਦਰਵਾਜ਼ਾ ਖੋਲ ਕਰਕੇ ਜਦੋਂ ਗੱਲਬਾਤ ਪੁੱਛੀ ਤੇ ਕਹਿੰਦੇ ਸਾਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਨੇ ਫਿਟਕਾਰਿਆ ਹੋਇਆ, ਇਹਨਾਂ ਦੇ ਸਰੀਰ ਵਿੱਚੋਂ ਰੇਸ਼ਾ ਪਵੇ ਵਹਿੰਦਾ, ਸਾਡਾ ਮੇਲ ਕਰਾਓ। ਭਾਈ ਲੱਧਾ ਜੀ ਤੁਰਨ ਲੱਗੇ। ਫਿਰ ਕਹਿੰਦੇ ਮਹਾਰਾਜ ਦਾ ਬਚਨ ਹੋਰ ਵੀ ਕੋਈ ਹੋਇਆ, ਕਿਉਂਕਿ ਜਾਣਦੇ ਸੀ ਭਾਈ ਲੱਧਾ ਜੀ ਅੰਤਰਜਾਮੀ ਸਨ। ਕਹਿੰਦੇ ਹਾਂ, ਇੱਕ ਬਚਨ ਇਹ ਹੋਇਆ ਵੀ ਜਿਹੜਾ ਵਿਚੋਲਾ ਬਣ ਕੇ ਆਵੇਗਾ ਸੁਲ੍ਹਾ ਕਰਾਉਣ ਵਾਸਤੇ, ਉਹਨੂੰ ਅਸੀਂ ਗਧੇ ਤੇ ਬਿਠਾ ਕੇ ਤੇ ਮੂੰਹ ਕਾਲਾ ਕਰਾਂਗੇ। ਭਾਈ ਲੱਧਾ ਜੀ ਕਹਿੰਦੇ ਸੱਤੇ ਬਲਵੰਡੇ ਨੂੰ ਜਾਓ ਗਧਾ ਮੰਗਾਓ। ਆਪ ਦਾ ਮੂੰਹ ਕਾਲਾ ਕਰਕੇ ਭਾਈ ਲੱਧਾ ਜੀ ਪਰਉਪਕਾਰੀ, ਇਹਨਾਂ ਦਾ ਨਾਮ ਭਾਈ ਲੱਧਾ ਪਰਉਪਕਾਰੀ ਸੀ। ਇਹਨਾਂ ਦਾ ਸੁਭਾਅ ਸੀ ਪਰਉਪਕਾਰ ਕਰਨਾ। ਆਪ ਦਾ ਮੂੰਹ ਆਪ ਹੀ ਕਾਲਾ ਕਰਕੇ ਇੱਕ ਢੋਲ ਵਾਲਾ ਅੱਗੇ ਲਾ ਲਿਆ, ਗਧੇ ਤੇ ਚੜ੍ਹ ਗਏ। ਲਾਹੌਰ ਦੀਆਂ ਗਲੀਆਂ 'ਚ ਗੇੜੇ ਦਿੰਦੇ ਇੱਥੋਂ ਅੰਮ੍ਰਿਤਸਰ ਸਾਹਿਬ ਆਏ। ਮਗਰ ਮਗਰੇ ਸੱਤਾ ਤੇ ਬਲਵੰਡਾ ਜੀ ਹਨ। ਜਦੋਂ ਅੰਮ੍ਰਿਤਸਰ ਸਾਹਿਬ ਦੀਆਂ ਗਲੀਆਂ 'ਚ ਗੇੜੇ ਦਿੰਦੇ ਦਿੰਦੇ ਰੌਲਾ ਸੁਣਨ ਲੱਗਿਆ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਪਾਸ ਢੋਲ ਵੱਜਦਾ। ਮਹਾਰਾਜ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿੰਦੇ ਬਾਬਾ ਜੀ ਇਹ ਰੌਲਾ ਕਾਹਦਾ ਪੈਂਦਾ। ਬਾਬਾ ਜੀ ਜਾ ਕੇ ਵੇਖਿਆ ਤੇ ਗਧੇ ਤੇ ਮੂੰਹ ਕਾਲਾ ਕਰ ਤੇ ਭਾਈ ਲੱਧਾ ਜੀ ਚੜ੍ਹੇ ਆਉਂਦੇ। ਆ ਕੇ ਦੱਸਿਆ ਮਹਾਰਾਜ
ਲਾਹੌਰ ਵਾਲਾ ਭਾਈ ਲੱਦਾ ਗਧੇ ਤੇ ਚੜਿਆ ਫਿਰਦਾ ਤੇ ਮੂੰਹ ਕਾਲਾ ਕੀਤਾ ਹੈ। ਮਗਰ ਉਹ ਦੋਵੇਂ ਗੁਰੂ ਘਰ ਦੇ ਦੋਖੀ ਹੈ, ਸੱਤਾ ਤੇ ਬਲਵੰਡਾ। ਮਹਾਰਾਜ ਸਿੰਘਾਸਨ ਛੱਡ ਕੇ ਖਾਲਸਾ ਜੀ ਭਾਈ ਲੱਦਾ ਜੀ ਨੂੰ ਅੱਗੋਂ ਦੀ ਲੈਣ ਗਏ ਤੇ ਜਾ ਕੇ ਗਧੇ ਤੋਂ ਹੇਠਾਂ ਉਤਾਰਿਆ। ਆਖਿਆ, ਭਾਈ ਲੱਦਾ ਜੀ, ਜੇ ਤੁਸੀਂ ਇਹਨਾਂ ਦਾ ਮੇਲ ਕਰਾਉਣਾ ਹੀ ਸੀ ਸਾਡੇ ਨਾਲ, ਇਹਨਾਂ ਦੀ ਸੁਲ੍ਹਾ ਕਰਾਉਣੀ ਸੀ ਤੇ ਉਤਰਾ ਹੀ ਆ ਜਾਂਦੇ, ਅਸੀਂ ਤੁਹਾਨੂੰ ਨਾ ਕਰਦੇ ਸਾਂ ਕਿਤੇ। ਭਾਈ ਲੱਦਾ ਜੀ ਕਹਿੰਦੇ, ਮਹਾਰਾਜ ਇਸੇ ਗੱਲ ਦਾ ਤਾਂ ਡਰ ਸੀ, ਮੈਨੂੰ ਪਤਾ ਸੀ ਵੀ ਜੇ ਮੈਂ ਆ ਗਿਆ ਤੇ ਤੁਸੀਂ ਮੇਰਾ ਬੇਨਤੀ ਮੰਨੋਗੇ, ਜ਼ਰੂਰ ਮੋੜੋਗੇ ਨਹੀਂ, ਪਰ ਤੁਹਾਡਾ ਬਚਨ ਵੀ ਤਾਂ ਪੂਰਾ ਕਰਨਾ ਸੀ ਵੀ ਉਹਨੂੰ ਗਧੇ ਤੇ ਚਾੜਾਂਗੇ। ਤੁਸੀਂ ਤਾਂ ਮੈਨੂੰ ਚਾੜਨਾ ਨਹੀਂ ਸੀ ਗਧੇ ਤੇ, ਮੈਂ ਆਪੇ ਗਧੇ ਤੇ ਚੜ੍ਹ ਕੇ ਮੂੰਹ ਕਾਲਾ ਕਰਕੇ ਆ ਗਿਆ। ਫਿਰ ਰਾਏ ਸੱਤਾ ਤੇ ਰਾਏ ਬਲਵੰਡਾ ਜੀ ਨੂੰ ਮਹਾਰਾਜ ਦੇ ਪੈਰੀਂ ਪਾਇਆ ਭਾਈ ਲੱਦਾ ਜੀ ਨੇ, ਐਡਾ ਪਰਉਪਕਾਰ ਕੀਤਾ। ਮਹਾਰਾਜ ਨੇ ਫਿਰ ਇਹਨਾਂ ਨੂੰ ਆਖਿਆ ਸੀ ਕਿ ਜਿਹੜੀ ਰਸਨਾ ਨਾਲ ਗੁਰੂ ਨਾਨਕ ਮਹਾਰਾਜ ਦੀ ਨਿੰਦਿਆ ਕੀਤੀ, ਉਸੇ ਰਸਨਾ ਨਾਲ ਉਸਤਤ ਕਰੋ ਤੇ ਫਿਰ ਤੁਹਾਡਾ ਕੋੜ ਨਾਸ਼ ਹੋਵੇਗਾ। ਫਿਰ ਭਾਈ ਰਾਏ ਸੱਤਾ ਜੀ, ਰਾਏ ਬਲਵੰਡ ਜੀਆਂ ਨੇ ਸਾਧ ਸੰਗਤ ਜੀ ਰਾਮ ਕਲੀ ਕੀ ਵਾਰ ਉਚਾਰੀ, ਗੁਰਬਾਣੀ ਅੰਦਰ ਦਰਜ ਹੈ। ਉਹ ਵਾਰ ਮਹਾਰਾਜ ਦੇ 5 ਪਾਤਸ਼ਾਹੀਆਂ ਤੀਕਰ ਮਹਿਮਾ ਕੀਤੀ, ਗੁਰੂ ਅਰਜਨ ਦੇਵ ਮਹਾਰਾਜ ਦੇ, ਗੁਰੂ ਨਾਨਕ ਪਾਤਸ਼ਾਹ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ, ਗੁਰੂ ਰਾਮਦਾਸ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, 5 ਗੁਰੂ ਸਾਹਿਬਾਨਾਂ ਦੀ ਬੜੀ ਉਸਤਤ ਕੀਤੀ। ਉਸ ਵਾਰ ਦੇ ਅੰਦਰ 8 ਪੌੜੀਆਂ ਰਚ ਕਰਕੇ ਉਚਾਰ ਕਰਕੇ ਉਹ ਗੁਰਬਾਣੀ ਦੇ ਰਾਮਕਲੀ ਰਾਗ ਅੰਦਰ ਦਰਜ ਹੈ। ਫਿਰ ਇਹਨਾਂ ਦਾ ਕੋੜ ਠੀਕ ਹੋਇਆ ਤੇ ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਜੀਆਂ ਵਰਦਾਨ ਵਰ ਦਿੱਤਾ ਵੀ ਜਿਹੜਾ ਵੀ ਇਹ ਵਾਰ ਰਾਮਕਲੀ ਦਾ ਪਾਠ ਕਰੇਗਾ, ਉਹਨੂੰ ਸਰੀਰ ਚਮੜੀ ਦਾ ਕੋਈ ਵੀ ਰੋਗ ਹੋਵੇਗਾ ਨਾਸ਼ ਹੋ ਜਾਵੇਗਾ। ਇਹ ਵਰਦਾਨ ਹੈ ਰਾਮਕਲੀ ਕੀ ਵਾਰ ਬਾਣੀ ਦੀ ਸਾਧ ਸੰਗਤ ਦੀ ਮਹਿਮਾ। ਤੇ ਜਿਹੜਾ ਵੀ ਸਿੱਖ ਸ਼ਰਧਾ ਧਾਰ ਕੇ ਰਾਮਕਲੀ ਦੀ ਵਾਰ ਪੜ੍ਹਿਆ ਕਰੇਗਾ, ਉਹਨੂੰ ਕੋਈ ਸਰੀਰ ਦਾ ਰੋਗ, ਜਿਹੜਾ ਚਮੜੀ ਦੇ ਰੋਗ ਕੋਈ ਰਹੇਗਾ ਨਹੀਂ, ਤੋ ਕੋੜ ਤੀਕਰ ਵੀ ਠੀਕ ਹੋ ਜਾਵੇਗਾ। ਫਿਰ ਇਹ ਸਾਧ ਸੰਗਤ ਜੀ ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਪਾਤਸ਼ਾਹ ਦੇ ਘਰ ਕੀਰਤਨ ਕਰਨ ਲੱਗੇ ਹੈ। ਐਡੇ ਪਰਉਪਕਾਰੀ ਭਾਈ ਲੱਦਾ ਜੀ ਹਨ, ਜਿਨ੍ਹਾਂ ਨੇ ਟੁੱਟਿਆਂ ਹੋਇਆਂ ਦਾ ਸਾਧ ਸੰਗਤ ਜੀ ਮੇਲ ਗੁਰੂ ਨਾਲ ਕਰਾਇਆ। ਇਹੋ ਜਿਹੇ ਹੁੰਦੇ ਆ ਪ੍ਰਭੂ ਕੋ ਸਿਮਰਹਿ ਸੇ ਪਰਉਪਕਾਰੀ, ਜਿਹੜੇ ਪ੍ਰਭੂ ਨੂੰ ਜਪਣ ਵਾਲੇ, ਧਿਆਉਣ ਵਾਲੇ ਹਨ। ਮਹਾਰਾਜ ਕਹਿੰਦੇ ਪਰਉਪਕਾਰ ਕਰਨ ਵਾਲੇ ਹੁੰਦੇ ਆ, ਪਰਉਪਕਾਰੀ ਹੁੰਦੇ ਹਨ। ਪ੍ਰਭ ਕਾ ਸਿਮਰਹਿ ਤਿਨ ਸਦ ਬਲਿਹਾਰੀ, ਜਿਹੜੇ ਪ੍ਰਭੂ ਪਰਮੇਸ਼ਰ ਨੂੰ ਸਿਮਰਦੇ, ਯਾਦ ਕਰਦੇ, ਮਹਾਰਾਜ ਕਹਿੰਦੇ ਅਸੀਂ ਉਹਨਾਂ ਤੋਂ ਸਦਾ ਬਲਿਹਾਰੀ ਜਾਂਦੇ ਹਾਂ, ਸਦਾ ਸਦਕੇ ਵਾਰੇ ਜਾਈਏ। ਪ੍ਰਭ ਕਾ ਸਿਮਰਹਿ ਸੇ ਮੁਖ ਸੁਹਾਵੇ, ਜਿਹੜੇ ਪ੍ਰਭੂ ਪਰਮੇਸ਼ਰ ਨੂੰ ਸਿਮਰਦੇ ਧਿਆਉਂਦੇ ਆ, ਉਹ ਮੁਖ ਸੁਹਾਵੇ, ਸੋਭਨੀਕ ਹੈ, ਉਹ ਰਸਨਾ ਸੋਹਣੀ ਹੈ। ਉਦਰਾਂ ਦਾ ਸਾਧ ਸੰਗਤ ਜੀ ਮੁਖ ਸਦਾ ਝੂਠਾ ਹੀ ਰਹਿੰਦਾ, ਪਰ ਗੋਬਿੰਦ ਰਾਮ ਜਪੈਂਦਿਆਂ ਹੋਆ ਮੁਖ ਪਵਿੱਤਰ। ਨਾਮ ਇੰਨਾ ਸੁੱਚਾ, ਇੰਨਾ ਪਵਿੱਤਰ ਹੈ ਵੀ ਜਿਹੜਾ ਮੂੰਹ ਨਾਲ ਜਪ ਲਵੇ ਉਹਦਾ ਮੁਖ ਵੀ ਸੁੱਚਾ ਹੋ ਜਾਂਦਾ। ਤੋ ਮਹਾਰਾਜ ਕਹਿੰਦੇ ਜਿਹੜੇ ਨਾਮ ਜਪਦੇ ਆ ਉਹਨਾਂ ਦੇ ਮੁਖ ਸੁਹਾਵੇ, ਉਹ ਮੂੰਹ ਸੋਹਣੇ ਆ ਸੰਸਾਰ ਅੰਦਰ, ਉਹ ਮੂੰਹ ਸੋਭਨੀਕ ਹਨ ਜਿਹੜੇ ਸੱਚੇ ਪਾਤਸ਼ਾਹ ਦਾ ਨਾਮ ਜਪਦੇ ਆ। ਪ੍ਰਭ ਕਾ ਸਿਮਰਹਿ ਤਿਨ ਸੁਖ ਬਿਹਾਵੈ, ਜਿਹੜੇ ਪ੍ਰਭੂ ਦਾ ਸਿਮਰਨ ਕਰਦੇ ਉਹਨਾਂ ਦੀ ਜਿਹੜੀ ਬਿਰਤੀ ਸੁੱਖਾਂ ਵਿੱਚ ਬਿਹਾਵੇ ਬਤੀਤ ਹੁੰਦੀ ਹੈ। ਪ੍ਰਭੂ ਨੂੰ ਯਾਦ ਕਰਨ ਵਾਲਿਆਂ ਦੀ ਉਮਰ ਵੀ ਸੁਖ ਬਿਹਾਵੇ, ਸਾਰੀ ਉਮਰ ਸੁੱਖਾਂ ਵਿੱਚ ਬਤੀਤ ਹੁੰਦੀ ਹੈ। ਪ੍ਰਭ ਕਾ ਸਿਮਰਹਿ ਤਿਨ ਆਤਮ ਜੀਤਾ, ਜਿਨ੍ਹਾਂ ਨੇ ਪ੍ਰਭੂ ਪਰਮੇਸ਼ਰ ਨੂੰ ਸਿਮਰਿਆ ਉਹਨਾਂ ਸਾਧ ਸੰਗਤ ਦੀ ਆਤਮ ਕਹੀਏ ਮਨ ਨੂੰ ਜੀਤਾ, ਜਿੱਤਿਆ ਹੈ। ਸੰਸਾਰ ਤੇ ਸਭ ਤੋਂ ਬੇਖਮ ਸਥਾਨ ਮਨ ਹੈ, ਇਹੀ ਜਿੱਤਣਾ ਖਾਲਸਾ ਜੀ ਔਖਾ ਹੈ। ਭਰਤਰੀ ਜੋਗੀ ਨੇ ਵਿਰਾਗ ਸ਼ਤਕ ਨਾਮੇ ਗ੍ਰੰਥ ਲਿਖਿਆ, ਉਹਦੇ ਵਿੱਚ ਭਰਤਰੀ ਜੀ ਕਹਿੰਦੇ ਆ ਕਿ ਜੇ ਮਨ ਜਿਉਂਦਾ ਹੈ ਨਾ ਤੇ ਸਮਝ ਲੈ ਵੀ ਸਾਰੇ ਦੁਸ਼ਮਣ ਹੀ ਜਿਉਂਦੇ ਆ, ਤੇ ਜੇ ਮਨ ਜਿੱਤ ਲਿਆ ਤੇ ਸਮਝ ਲੈ ਸਾਰੇ ਦੁਸ਼ਮਣ ਜਿੱਤ ਲਏ ਹੈ। ਇੱਕੋ ਹੀ ਪੰਕਤੀ 2 ਵਾਰੀ ਲਿਖੀ, ਮਨ ਰਿਪ ਜੀਤੇ ਸਭ ਰਿਪ ਜੀਤੇ, ਮਨ ਰਿਪ ਜੀਤੇ ਸਭ ਰਿਪ ਜੀਤੇ।
ਜੇ ਮਨ ਰੂਪੀ ਰਿਪ ਦੁਸ਼ਮਣ ਜੀਤੇ ਜਿਉਂਦਾ ਹੈ, ਤੇ ਜਾਣ ਲਓ ਸਭ ਰਿਪ ਜੀਤੇ, ਸਾਰੇ ਹੀ ਰਿਪ ਦੁਸ਼ਮਣ ਜੀਤੇ ਜਿਉਂਦੇ ਹੈ। ਫਿਰ ਦੂਜੀ ਵਾਰੀ ਲਿਖਦੇ ਆ, ਮਨ ਰਿਪ ਜੀਤੇ ਸਭ ਰਿਪ ਜੀਤੇ। ਜੇ ਮਨ ਰੂਪੀ ਰਿਪ ਦੁਸ਼ਮਣ ਜੀਤੇ ਜਿੱਤ ਲਿਆ ਜਿਨ੍ਹਾਂ ਨੇ, ਉਹਨਾਂ ਸਭ ਰਿਪ ਜੀਤੇ, ਸਾਰੇ ਦੁਸ਼ਮਣ ਹੀ ਜਿੱਤ ਲਏ ਆ। ਮਨ ਜੀਤੈ ਜਗ ਜੀਤ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਆਤਮ ਜੀਤਾ। ਪ੍ਰਭ ਦਾ ਸਿਮਰਨ ਕਰਨ ਵਾਲਿਆਂ ਆਪਣਾ ਆਪ ਕੀ ਮਨ ਜਿਹੜਾ ਵੈ ਉਹਨੂੰ ਜਿਤਨਾ ਕੀਤਾ, ਜਿੱਤ ਲਿਆ ਹੈ। ਪ੍ਰਭ ਕਾ ਸਿਮਰਹਿ ਤਿਨ ਨਿਰਮਲ ਰੀਤਾ। ਜਿਨ੍ਹਾਂ ਨੇ ਪ੍ਰਭੂ ਦਾ ਸਿਮਰਨ ਕੀਤਾ ਉਹਨਾਂ ਦੀ ਰੀਤ ਮਰਿਆਦਾ ਵੀ ਨਿਰਮਲ ਉਜਲ ਹੈ। ਉਹਨਾਂ ਦੀ ਮਰਿਆਦਾ ਰੀਤ ਉਜਲੀ ਹੈ। ਜੋ ਕੰਮ ਕਰਦੇ ਸਾਧ ਸੰਗ ਦੀ ਪਵਿੱਤਰ ਹੈ। ਉਹਨਾਂ ਦਾ ਹੱਥੋਂ ਹਰ ਇੱਕ ਹੋਇਆ ਹੋਇਆ ਕਾਰਜ ਪਵਿੱਤਰ ਹੁੰਦਾ ਹੈ। ਪ੍ਰਭ ਕਾ ਸਿਮਰਹਿ ਤਿਨ ਅਨੰਦ ਕਨੇਰੇ। ਜਿਨ੍ਹਾਂ ਪ੍ਰਭੂ ਦਾ ਸਿਮਰਨ ਕੀਤਾ ਉਹਨਾਂ ਨੂੰ ਆਨੰਦ ਵੀ ਕਨੇਰੇ। ਕਨੇਰੇ ਬਹੁਤੇ ਨੂੰ ਕਹਿੰਦੇ ਉਹਨਾਂ ਨੂੰ ਕਨੇਰੇ। ਤੂੰ ਠਾਕੁਰ ਤੁਮ ਪਹਿ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ। ਤੂੰ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮਹਿ ਸੂਖ ਕਨੇਰੇ। ਨਾਮ ਰਸੀਆਂ ਨੂੰ, ਨਾਮ ਜਪਣ ਵਾਲਿਆਂ ਨੂੰ ਸਾਧ ਸੰਗ ਦੀ ਕਨੇਰੇ ਸੁਖਾਂ ਦੀ ਆਨੰਦ ਖੁਸ਼ੀਆਂ ਖੇੜੇ ਬਹੁਤੇ ਡਾਢੇ ਪ੍ਰਾਪਤ ਹੁੰਦੇ। ਸਦਾ ਆਨੰਦ ਖੁਸ਼ੀਆਂ ਖੇੜਿਆਂ ਵਿੱਚ ਰਹਿੰਦੇ ਆ। ਸੰਸਾਰ ਦੇ ਸਾਖਤ ਲੋਕਾਂ ਦੇ ਮੱਥੇ ਤੋਂ ਵੱਟ ਨਹੀਂ ਉਤਰਦਾ। ਖੁਸ਼ੀ ਦੇ ਸਮਾਗਮ ਉੱਪਰ ਵੀ ਇਹਨਾਂ ਦੇ ਮੱਥੇ ਤੇ ਵੱਟ ਹੁੰਦਾ। ਪਰ ਜਿਹੜੇ ਸਾਧ ਸੰਗਤ ਜੀ ਨਾਮ ਰਸੀ, ਉਹਨਾਂ ਦਾ ਮਸਤਕ ਕੰਬਲ ਵਾਂਗੂ ਖਿੜਿਆ ਹੁੰਦਾ, ਖਿੜੇ ਮੱਥੇ ਵਾਲੇ। ਉਹਨਾਂ ਦੇ ਮੱਥੇ ਜੇ ਕੋਈ ਲੱਗ ਜਾਵੇ ਉਹਦੇ ਵੀ ਦੁੱਖ ਕੋਈ ਰਹਿੰਦਾ ਨਹੀਂ। ਉਹ ਵੀ ਸਾਧ ਸੰਗਤ ਦੀ ਖੁਸ਼ ਹੋ ਜਾਂਦਾ, ਉਹਨੂੰ ਵੀ ਆਨੰਦ ਹੋ ਆਉਂਦਾ ਹੈ। ਕਿਉਂਕਿ ਨਾਮ ਰਸੀਏ, ਨਾਮ ਜਪਣ ਵਾਲੇ, ਨਾਮ ਵਿੱਚ ਭਿੱਜੇ ਰੂਹਾਂ ਜਿਹੜੀਆਂ ਉਹ ਬਹੁਤੇ ਆਨੰਦ ਸਹਿਤ ਹੁੰਦੇ ਹਨ। ਪ੍ਰਭ ਕਾ ਸਿਮਰਹਿ ਬਸਹਿ ਹਰਿ ਨੇਰੇ। ਪ੍ਰਭੂ ਦੇ ਸਿਮਰਨ ਕਰਨ ਵਾਲਿਆਂ ਦੇ ਹਰੀ ਪਰਮੇਸ਼ਰ ਨੇੜੇ ਵਾਸਦਾ। ਇਹਨਾਂ ਦੇ ਸਦਾ ਅੰਗ ਸੰਗੇ ਅਪੰਗੰ ਵਿਭੂਤੇ ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ। ਨਾਮ ਜਪਣ ਵਾਲਿਆਂ ਦੇ ਨੇੜੇ ਨਾਹੀਂ ਦੂਰ ਪਰਮੇਸ਼ਰ ਪ੍ਰਭੂ ਲਾਗੇ ਰਹਿੰਦਾ ਹੈ। ਕਿਉਂਕਿ ਸਾਧ ਸੰਗਤ ਜੀ ਪੰਡਤ ਹਰਦਿਆਲ ਜੀ ਕਹਿੰਦੇ ਹੈ ਕਿ ਪਰਮੇਸ਼ਰ ਦੇ ਨਾਮ ਜਪਣ ਵਾਲਿਆਂ ਦੇ ਹਿਰਦੇ ਵਿੱਚ ਪਰਮੇਸ਼ਰ ਵਸਦਾ। ਵਿਸ਼ਣ ਮਾਇਆ ਦੇ ਪਤੀ ਪਰਮੇਸ਼ਰ ਦਾ ਵਾਸ ਹੈ। ਤੇ ਕਿਸੇ ਨੇ ਸਵਾਲ ਕੀਤਾ ਵੀ ਜੇ ਨਾਮ ਜਪਣ ਵਾਲਿਆਂ ਦੇ ਮਨ ਵਿੱਚ ਪਰਮੇਸ਼ਰ ਰਹਿੰਦਾ ਹੈ ਤੇ ਕੀ ਜਿਹੜੇ ਨਾਮ ਨਹੀਂ ਜਪਦੇ ਉਹਨਾਂ ਦੇ ਮਨ ਵਿੱਚ ਪਰਮੇਸ਼ਰ ਨਹੀਂ ਹੈ? ਪਰਮੇਸ਼ਰ ਤਾਂ ਸਾਰਿਆਂ ਦੇ ਮਨ ਵਿੱਚ ਹੈ ਨਾ। ਤੋ ਪੰਡਤ ਹਰਦਿਆਲ ਜੀ ਕਹਿੰਦੇ ਹਾਂ ਪਰਮੇਸ਼ਰ ਤਾਂ ਸਾਰਿਆਂ ਦੇ ਮਨ ਵਿੱਚ ਹੈ। ਭੋਗੀ ਹਿਰਦੈ ਉਦਾਸ ਜੋ ਯੋਗੀ ਹਿਰਦੈ ਨਿਵਾਸ। ਕਹਿੰਦੇ ਪਰਮੇਸ਼ਰ ਸਾਰੀ ਹਿਰਦਿਆਂ ਵਿੱਚ ਵਸਦਾ ਹੈ। ਪਰ ਜਿਹੜੇ ਜੁੜੇ ਹੋਏ ਨਾਮ ਬਾਣੀ ਦੇ ਵਿੱਚ ਉਹਨਾਂ ਨੇ ਉਹਨੂੰ ਪ੍ਰਗਟ ਕਰ ਲਿਆ। ਤੇ ਜਿਹੜੇ ਭੋਗੀ ਲੋਕ ਉਹਨਾਂ ਦੇ ਮਨ ਵਿੱਚ ਪਰਮੇਸ਼ਰ ਤਾਂ ਹੈ ਪਰ ਉਦਾਸ ਹੈ, ਪ੍ਰਗਟ ਨਹੀਂ ਹੋਇਆ, ਛੁਪਿਆ ਹੀ ਹੈ। ਜਿਵੇਂ ਸਾਧ ਸੰਗ ਜੀ ਦੋ ਮਾਈਆਂ ਕੋਲ ਚਾਟੀ ਚਾਟੀ ਦੁੱਧ ਦੀ ਹੋਵੇ, ਜਿਹੜੀ ਰਿੜਕੇਗੀ ਘਿਓ ਉਸੇ ਨੂੰ ਪ੍ਰਾਪਤ ਹੋਵੇਗਾ, ਦੂਜੀ ਇਕੱਲਾ ਦੁੱਧ ਲਈ ਫਿਰੇਗੀ। ਜੇ ਉਹ ਆਖੇ ਵੀ ਘਿਓ ਤਾਂ ਦੋਵਾਂ ਦੁੱਧਾਂ ਵਿੱਚ ਹੀ ਹੈ, ਕੋਈ ਉਹਨਾਂ ਨੂੰ ਆਖੇ ਤੈਨੂੰ ਕਿਵੇਂ ਮਿਲਿਆ, ਉਹ ਆਖੇ ਕਿ ਮੈਂ ਰਿੜਕਿਆ, ਪਹਿਲਾਂ ਗਰਮ ਕੀਤਾ ਫਿਰ ਜਾਕ ਲਾਈ, ਉਹ ਦਹੀਂ ਨੂੰ ਫਿਰ ਮਧਾਣੀ ਪਾ ਕੇ ਰਿੜਕਿਆ, ਫਿਰ ਜਾ ਕੇ ਮੈਨੂੰ ਮੱਖਣ ਦੀ ਪ੍ਰਾਪਤੀ ਹੋਈ ਹੈ। ਤੇ ਜਿਹੜੀ ਸਾਧ ਸੰਗਤ ਜੀ ਇਕੱਲਾ ਦੁੱਧ ਲਈ ਫਿਰੇ, ਉਹਨੂੰ ਮਿਹਨਤ ਮਸ਼ੱਕਤ ਕਰੇ ਨਾ, ਉਹ ਦੁੱਧ ਹੀ ਰਵੇਗਾ, ਇਕੱਲਾ ਉਹਨੂੰ ਮੱਖਣ ਨਹੀਂ ਮਿਲੇਗਾ। ਇਸੇ ਤਰ੍ਹਾਂ ਪਰਮੇਸ਼ਰ ਹੈ। ਜਿਨ੍ਹਾਂ ਨੇ ਸਾਧ ਸੰਗ ਦੀ ਮਨ ਰੂਪੀ ਚਾਟੀ ਦੇ ਵਿੱਚ ਪਰਮੇਸ਼ਰ ਦਾ ਨਾਮ ਪਾ ਕੇ ਰਿੜਕਿਆ ਨਾ, ਸ਼ਰਧਾ ਪ੍ਰੇਮ ਦੇ ਨੇਤਰੇ ਪਾ ਪਾ ਕੇ ਨਿਧਿਆਸਨ ਰੂਪੀ ਮਧਾਣੀ ਦੇ ਨਾਲ, ਉਹਨਾਂ ਨੂੰ ਸਾਧ ਸੰਗਤ ਜੀ ਮੱਖਣ ਦੇ ਸਦਰਸ ਪਰਮੇਸ਼ਰ ਪ੍ਰਾਪਤ ਹੋਇਆ। ਤੇ ਜਿਹੜੇ ਵਿਸ਼ੇ ਭੋਗਣ ਵਾਲੇ ਆ ਉਹਨਾਂ ਦਾ ਬਸ ਉਹ ਸਰੀਰ ਹੈ, ਪਰਮੇਸ਼ਰ ਵੀ ਵਿੱਚ, ਆਤਮਾ ਪਰਮੇਸ਼ਰ ਦਾ ਹੀ ਰੂਪ ਹੈ ਨਾ, ਸਭ ਮਹਿ ਜੋਤ ਜੋਤ ਹੈ ਸੋਏ। ਪਰ ਹੈ ਆ, ਪਰ ਮਨ ਨੂੰ ਵੀ ਪਤਾ ਹੀ ਨਹੀਂ ਵੀ ਮੈਂ ਕੀ ਹਾਂ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਉਹਨਾਂ ਨੂੰ ਦੱਸਿਆ ਵੀ ਪਤਾ ਨਹੀਂ ਲੱਗਦਾ। ਤੋ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹੈ ਕਿ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ ਹੈ
ਉਹ ਜਿੰਨੇ ਹਨ ਸਾਧ ਸੰਗ ਜੀ ਹਰੀ ਪਰਮੇਸ਼ਰ ਉਹਨਾਂ ਦੇ ਨੇੜੇ ਵਸਦਾ ਹੈ। ਸੰਤ ਕਿਰਪਾ ਤੇ ਅਨ ਦਿਨ ਜਾਗ। ਤੇ ਸਿਮਰਨ ਦੀ ਪ੍ਰਾਪਤੀ ਕਦੋਂ ਹੁੰਦੀ? ਜਦੋਂ ਕਿਸੇ ਪੂਰਨ ਸੰਤ ਦੀ ਕਿਰਪਾ ਹੋਵੇ। ਸੰਤਾਂ ਦੀ ਕਿਰਪਾ ਤੋਂ ਅਣ ਦਿਨ ਜਾਗ, ਦਿਨ ਰਾਤ ਗਿਆਨ ਦੀ ਜਾਗਰਤ ਅਵਸਥਾ ਪ੍ਰਾਪਤ ਹੁੰਦੀ, ਜਾਂ ਨਾਮ ਵਿੱਚ ਦਿਨ ਰਾਤ ਜਾਗਿਆ ਜਾਂਦਾ ਹੈ। ਜਾਗ ਜਾਗ ਕੇ ਨਾਮ ਜਪਣ ਦੀ ਵਿਧੀ ਪਤਾ ਚੱਲਦੀ ਹੈ। ਨਾਨਕ ਸਿਮਰਨ ਪੂਰਾ ਭਾਗ। ਗੁਰੂ ਗਰੀਬ ਨਿਵਾਜ ਕਹਿੰਦੇ ਸਿਮਰਨ ਤਾਂ ਪੂਰੇ ਭਾਗਾਂ ਦੇ ਨਾਲ ਪ੍ਰਾਪਤ ਹੁੰਦਾ। ਪੂਰੇ ਭਾਗਾਂ ਵਾਲੇ ਨੂੰ ਸਿਮਰਨ ਦੀ ਪ੍ਰਾਪਤੀ ਹੁੰਦੀ। ਭਾਗਾਂ ਤੋਂ ਬਿਨਾਂ ਸਾਧ ਸੰਗ ਦੀ ਸਿਮਰਨ ਨਹੀਂ ਮਿਲਦਾ। ਰਸਨਾ ਵੀ ਹੈ, ਅੱਖਾਂ ਵੀ ਹਨ, ਹੱਥ ਵੀ ਹਨ, ਪੈਰ ਵੀ ਹਨ, ਪਰ ਬੜੇ ਥੋੜੇ ਆ ਜਿਹੜੇ ਉਹਨਾਂ ਪੈਰਾਂ ਨਾਲ ਚੱਲ ਕੇ ਗੁਰੂ ਘਰ ਆਉਂਦੇ ਆ, ਨੇਤਰਾਂ ਨਾਲ ਦਰਸ਼ਨ ਕਰਦੇ ਆ, ਹੱਥਾਂ ਨਾਲ ਸਾਧ ਸੰਗ ਦੀ ਸੰਗਤਾਂ ਦੀ ਗੁਰੂ ਦਰਬਾਰਾਂ ਦੀ ਸੇਵਾ ਕਰਦੇ ਹਨ, ਕੰਨਾਂ ਨਾਲ ਬਾਣੀ ਸੁਣਦੇ ਆ। ਇਸ ਸੰਸਾਰ ਦੇ ਵਿੱਚ ਬੜੇ ਥੋੜੇ ਉਹੀ ਹੈ ਜਿਨ੍ਹਾਂ ਦੇ ਸਾਧ ਸੰਗ ਦੀ ਵੱਡੇ ਭਾਗ ਹਨ। ਭਾਗਾਂ ਤੋਂ ਬਿਨਾਂ ਵਿਣ ਭਾਗਾਂ ਸਤ ਸੰਗ ਨ ਲੱਭੈ, ਵਿਣ ਸੰਗਤ ਮੈਲ ਪਰੀਜੈ ਜੀਓ। ਭਾਗਾਂ ਤੋਂ ਬਿਨਾਂ ਨਾਮ ਦੀ ਪ੍ਰਾਪਤੀ ਨਹੀਂ। ਨਾਮ ਦੀ ਪ੍ਰਾਪਤੀ ਵਾਸਤੇ ਵੱਡੇ ਭਾਗ ਚਾਹੀਏ। ਤੋ ਇਹ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਪਾਵਨ ਪਵਿੱਤਰ ਉਪਦੇਸ਼ ਸਿੱਖਿਆ ਬਖਸ਼ਿਸ਼ ਕੀਤੀ ਹੈ। ਆਪ ਸਾਰੀ ਸੰਗਤ ਦੇ ਹਿਰਦੇ ਵਿੱਚ ਵਸੇ। ਬੁੱਧੀ ਤੁੱਛ ਹੈ, ਬੇਅੰਤ ਭੁੱਲਾਂ ਹੋ ਜਾਂਦੀਆਂ ਹੋਈਆਂ ਹਨ। ਗੁਰੂ ਕੀ ਸੰਗਤ ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਣ ਯੋਗ ਹਨ। ਬਖਸ਼ ਲੈਣਾ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ। ਸੰਤ ਕਿਰਪਾ ਤੇ ਅਨ ਦਿਨ ਜਾਗ। ਨਾਨਕ ਸਿਮਰਨ ਪੂਰਾ ਭਾਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।